ਕਿਹਾ ਜਾਂਦਾ ਕਿ ਵਿਦਿਆ ਜਿਹੜੀ ਹੈ ਉਹਦੀਆਂ ਜੜ੍ਹਾਂ ਕੌੜੀਆਂ ਹੁੰਦੀਆਂ ਪਰ ਉਹਦਾ ਜਿਹੜਾ ਫਲ ਹੈ ਉਹ ਮਿੱਠਾ ਹੁੰਦਾ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਜਿਹੜੇ ਨੌਜਵਾਨ ਪੜ੍ਹ ਰਹੇ ਆ ਉਹਨਾਂ ਨੂੰ ਫਲ ਮਿੱਠਾ ਲੱਗ ਰਿਹਾ ਤੇ ਨਾ ਜਿਹੜੇ ਪੜ੍ਹਾਉਣ ਵਾਲੇ ਆ ਉਹਨਾਂ ਨੂੰ ਫਲ ਮਿੱਠਾ ਲੱਗ ਰਿਹਾ। ਪੰਜਾਬ ਦੀ ਜੇ ਜਨਸੰਖਿਆ 3 ਕਰੋੜ ਦੇ ਲਗਭਗ ਹੈ ਔਰ 47 ਸਰਕਾਰੀ ਕਾਲਜ ਨੇ। ਇਹ ਹਰਿਆਣੇ ਵੱਲ ਦੇਖੀਏ ਤਾਂ ਉੱਥੇ 173 ਦੇ ਲਗਭਗ ਕਾਲਜ ਨੇ। ਹਿਮਾਚਲ ਪ੍ਰਦੇਸ਼ ਦੀ ਜਿਹੜੀ ਜਨਸੰਖਿਆ ਉਹ ਤਾਂ 75 ਲੱਖ ਹੀ ਹੈਗੀ ਹੈ, 1 ਕਰੋੜ ਤੋਂ ਵੀ ਥੱਲੇ ਆ। ਉੱਥੇ ਆਪਣੇ ਨਾਲੋਂ ਦੁੱਗਣੇ ਤੋਂ ਵੀ ਵੱਧ ਕਾਲਜ ਨੇ। ਪਰ ਕੀ ਕਾਰਨ ਹੈ ਕਿ ਸਰਕਾਰਾਂ ਇਸ ਇਸ਼ੂ ਦੇ ਪ੍ਰਤੀ ਗੰਭੀਰ ਨਹੀਂ ਹਨ? ਉਹਨਾਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਹੈ। ਨਸ਼ਿਆਂ ਦੀ ਭਰਮਾਰ ਹੈਗੀ ਹੈ। ਤੁਮਸਾਂਗ, ਇਤ ਸਿੰਘ, ਫਾਹੀਆਨ ਵਗੈਰਾ ਲਿਖਦੇ ਨੇ ਕਿ ਇੱਥੇ ਬਾਹਰੋਂ ਪੂਰੇ ਵਰਲਡ ਚੋਂ ਜਿਹੜੇ ਹੈਗੇ ਲੋਕ ਇੱਥੇ ਪੜ੍ਹਨ ਆਉਂਦੇ ਸੀ, ਔਰ ਪਤਾ ਨਹੀਂ ਕਿਹੜੀ ਨਜ਼ਰ ਲੱਗੀ ਪੰਜਾਬ ਨੂੰ। ਇਹ ਜਿਹੜਾ ਉਚੇਰੀ ਸਿੱਖਿਆ ਦਾ ਮੁੱਦਾ ਹੈ ਉਹ ਲੋਕਾਂ ਦਾ ਮੁੱਦਾ ਨਹੀਂ ਬਣ ਸਕਿਆ। ਪੰਚਾਇਤਾਂ ਨੇ ਲਿਖ ਕੇ ਦਿੱਤਾ ਹੈ, ਇਸ ਵਾਰ ਲਗਭਗ 5-7 ਪੰਚਾਇਤਾਂ ਲਿਖ ਕੇ ਦੇ ਚੁੱਕੀਆਂ। ਆਉਣ ਵਾਲੇ 2-3 ਦਿਨਾਂ ਦੇ ਵਿੱਚ 40-50 ਪੰਚਾਇਤਾਂ ਲਿਖ ਕੇ ਦੇਣੀਆਂ ਕਿ ਇਹ ਮੁੱਦਾ ਜਿਹੜਾ ਹੈਗਾ ਮੇਨ ਏਜੰਡੇ 'ਚ ਸ਼ਾਮਲ ਕਰਨ ਸਾਰੀਆਂ ਪਾਰਟੀਆਂ। ਔਰ ਹੁਣ ਅਸੀਂ ਇਹ ਸੰਘਰਸ਼ ਇਸ ਗੱਲ ਲਈ ਕਰ ਰਹੇ ਹਾਂ ਕਿ ਉਚੇਰੀ ਸਿੱਖਿਆ ਲੋਕਾਂ ਦਾ ਮੁੱਦਾ ਬਣੇ। ਇਹਦੀ ਲੋੜ ਨੂੰ ਸਮਝਣ ਸਾਰੀਆਂ ਸਿਆਸੀ ਪਾਰਟੀਆਂ, ਆਪਣੇ ਮੁੱਖ ਏਜੰਡੇ ਦੇ ਵਿੱਚ ਰੱਖਣ ਔਰ ਆਪਦੇ ਇਲੈਕਸ਼ਨ ਮੈਨੀਫੈਸਟੋ ਵਿੱਚ ਵੀ ਥਾਂ ਦੇਣ। ਪਰ ਬਦਕਿਸਮਤੀ ਦੇ ਨਾਲ ਕਾਉਂਸਲਰ ਦੀ ਪੰਜਾਬ ਦੀਆਂ ਸਟੇਟਾਂ ਦੇ ਵਿੱਚ ਇੱਕ ਵੀ ਵੈਕੈਂਸੀ ਨਹੀਂ ਹੈ। ਸੈਂਟਰ ਗਵਰਨਮੈਂਟ ਦੇ ਸਕੂਲ ਜਿਹੜੇ 2-3 ਤਰ੍ਹਾਂ ਦੇ, ਕੇਂਦਰੀ ਵਿਦਿਆਲਾ ਹੈ, ਚਾਹੇ ਜਵਾਹਰ ਨਵੋਦਿਆ ਵਿਦਿਆਲਾ ਹੈ, ਚਾਹੇ ਉਹ ਆਰਮੀ ਪਬਲਿਕ ਸਕੂਲ ਹੈ, ਉਹਨਾਂ ਦੇ ਵਿੱਚ ਵੈਕੈਂਸੀਜ਼ ਤਾਂ ਹੈਗੀਆਂ ਨੇ ਪਰ ਉਹ ਸਾਰੀਆਂ ਖਾਲੀ ਪਈਆਂ ਨੇ। ਪਰ ਦੂਸਰੇ ਪਾਸੇ ਜਿਹੜੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਉਚੇਰੀ ਸਿੱਖਿਆ ਲੈਣ ਦੇ ਲਈ ਤਾਂ ਉਹ ਬਾਹਰ ਆ ਰਹੇ ਹੈਗੇ ਆ। ਤੋ ਇਹ ਫਿਰ ਸਟੂਡੈਂਟ ਕੀ ਕਰਨਾ ਇੱਥੇ ਜਦੋਂ ਕੋਈ ਕੋਰਸ ਹੀ ਨਹੀਂ ਹੈਗੇ ਉਸ ਤਰ੍ਹਾਂ ਦੇ, ਤਾਂ ਬਾਹਰ ਹੀ ਜਾਣਾ ਪਏਗਾ। ਹੁਣ ਬਾਹਰ ਜਾਣ ਵਾਸਤੇ ਸਮੱਸਿਆਵਾਂ ਦੇਖੋ ਕਿੰਨੀਆਂ ਆਉਂਦੀਆਂ ਕਿ ਚਾਹੇ ਉਹਨਾਂ ਨੂੰ ਘਰ ਵੇਚਣਾ ਪਵੇ, ਜ਼ਮੀਨ ਵੇਚਣੀ ਪਵੇ, ਚਾਹੇ ਗਹਿਣੇ ਰੱਖਣੀ ਪਵੇ, ਮਾਂ ਪਿਓ ਦੇ ਗਹਿਣੇ ਵੇਚਣੇ ਪੈਣ। ਬਹੁਤ ਸਾਰੇ ਸਮਝੌਤੇ ਸਟੂਡੈਂਟਸ ਦੁਆਰਾ ਬਾਹਰ ਜਾਣ ਲਈ ਕੀਤੇ ਜਾਂਦੇ ਆ, ਉੱਥੇ ਵੀ ਕੀਤੇ ਜਾਂਦੇ ਆ। ਕਿਹੜੇ ਲੀਡਰਸ ਨੂੰ ਮਿਲੇ ਆ, ਕੀ ਰਿਸਪੌਂਸ ਮਿਲਿਆ, ਕੀ ਆਸ ਹੈਗੀ ਤੁਹਾਨੂੰ ਉਹਨਾਂ ਕੋਲੋਂ? ਅਜਿਹੀ ਕੋਈ ਪਾਰਟੀ ਨਹੀਂ ਹੈ ਜੀ ਜਿਹਨੂੰ ਅਸੀਂ ਨਹੀਂ ਮਿਲੇ। ਬਹੁਤ ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂਵਾਲ ਲੈ ਕੇ ਹਾਜ਼ਰ ਹੋਈਆਂ ਕੁਝ ਖਿਆਲ, ਕੁਝ ਸਵਾਲ। ਜੇ ਅਸੀਂ ਵਿਦਿਆ ਦੀ ਗੱਲ ਕਰੀਏ, ਕਿਹਾ ਜਾਂਦਾ ਹੈ ਕਿ ਵਿਦਿਆ ਦੀਆਂ ਜੜ੍ਹਾਂ ਕੌੜੀਆਂ ਹੁੰਦੀਆਂ ਨੇ ਪਰ ਇਸ ਦੇ ਫਲ ਮਿੱਠੇ ਹੁੰਦੇ ਨੇ। ਫਿਰ ਬਹੁਤ ਸਾਰੇ ਲੋਕ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਵਿਦਿਆ ਦਾ ਜਿਹੜਾ ਫਲ ਹੈ ਉਹ ਇੰਨਾ ਮਿੱਠਾ ਨਹੀਂ ਲੱਗ ਰਿਹਾ। ਜਿਹੜੇ ਵਿਦਿਆਰਥੀ ਨੇ ਉਹ ਵਿਦੇਸ਼ਾਂ ਵੱਲ ਨੂੰ ਆ ਰਹੇ ਨੇ। ਮਾਪੇ ਕੌੜਾ ਕੁੱਟ ਭਰ ਕੇ ਵਿਦਿਆਰਥੀਆਂ ਨੂੰ, ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ। ਇੱਥੇ ਆ ਕੇ ਬੱਚੇ ਟੁੱਟ-ਟੁੱਟ ਕੇ ਮਰ ਰਹੇ ਨੇ ਵਿਦਿਆ ਹਾਸਲ ਕਰਨ ਦੇ ਲਈ। ਦੂਜੇ ਪਾਸੇ ਜਿਹੜੇ ਲੋਕ ਇੰਡੀਆ ਬੈਠੇ ਆ, ਜਿਨ੍ਹਾਂ ਨੇ ਵਿਦਿਆ ਹਾਸਲ ਕੀਤੀ ਹੋਈ ਹੈ, ਜਿਹੜੇ ਅਗਾਂਹ ਵਿਦਿਆ ਦਾ ਦਾਨ ਦੇਣਾ ਚਾਹੁੰਦੇ ਆ, ਉਹ ਬੇਰੁਜ਼ਗਾਰ ਬੈਠੇ ਆ। ਵਿਦਿਆ ਕਿੰਨਾ ਕੁ ਗੰਭੀਰ ਮੁੱਦਾ ਹੈ। ਖਾਸ ਕਰਕੇ ਮੈਂ ਗੱਲ ਕਰ ਰਹੀ ਹਾਂ ਉਚੇਰੀ ਵਿਦਿਆ ਦੀ, ਹਾਇਰ ਐਜੂਕੇਸ਼ਨ ਦੀ, ਕਾਲਜ ਲੈਵਲ ਦੀ, ਯੂਨੀਵਰਸਿਟੀ ਲੈਵਲ ਦੀ ਐਜੂਕੇਸ਼ਨ ਦੀ ਗੱਲ ਕਰ ਰਹੀ ਹਾਂ। ਅੱਜ ਇਸ ਸੰਬੰਧੀ ਜਾਣਕਾਰੀ ਲੈਣ ਦੇ ਲਈ ਕਿ ਪੰਜਾਬ ਦੇ ਵਿੱਚ ਜਦੋਂ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ, ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਲਈ ਵਿਦਿਆ ਕਿੱਥੇ ਖੜੀ ਹੈ, ਵਿਦਿਆ ਕਿੰਨਾ ਕੁ ਗੰਭੀਰ ਮੁੱਦਾ ਹੈ, ਇਹ ਅੱਜ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਨਾਲ ਸ਼ਾਮਿਲ ਹੋ ਰਹੇ ਨੇ ਇੱਕ ਨੌਜਵਾਨ ਜਿਨ੍ਹਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ ਧਾਲੀਵਾਲ। ਉਹਨਾਂ ਨੇ MA ਕੀਤੀ ਹੋਈ ਹੈ, ਇਸ ਤੋਂ ਇਲਾਵਾ BEd ਕੀਤੀ ਹੋਈ ਹੈ। ਬਹੁਤ ਸਾਰੇ ਉਹਨਾਂ ਨੇ ਸਟੇਟ ਤੇ ਨੈਸ਼ਨਲ ਲੈਵਲ ਦੇ ਟੈਸਟ ਕਲੀਅਰ ਕੀਤੇ ਹੋਏ ਆ, ਜਿਹਦੇ ਨਾਲ ਉਹ ਕੁਆਲੀਫਾਈ ਕਰਦੇ ਨੇ ਅਸਿਸਟੈਂਟ ਪ੍ਰੋਫੈਸਰ ਬਣਨ ਦੇ ਲਈ। ਇਸ ਤੋਂ ਇਲਾਵਾ ਉਹਨਾਂ ਨੇ ਡਿਪਲੋਮਾ ਇਨ ਕਾਉਂਸਲਿੰਗ ਐਂਡ ਗਾਈਡੈਂਸ ਵੀ ਕੀਤਾ ਹੋਇਆ ਹੈ। ਆਓ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਸਿੰਘ ਹੁਣਾਂ ਦੇ ਨਾਲ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮੁਹਿੰਮ ਵਿੱਢੀ ਹੋਈ ਹੈ ਕਿ ਕਾਲਜ ਬਚਾਏ ਜਾਣੇ ਚਾਹੀਦੇ ਆ, ਉਚੇਰੀ ਵਿਦਿਆ ਬਚਾਈ ਜਾਣੀ ਚਾਹੀਦੀ ਆ। ਬਹੁਤ ਬਹੁਤ ਸਵਾਗਤ ਕਰਦੇ ਹਾਂ ਗੁਰਪ੍ਰੀਤ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਸੋ ਗੁਰਪ੍ਰੀਤ ਜੀ, ਤੁਸੀਂ ਮੇਰੀ ਨਜ਼ਰ ਦੇ ਵਿੱਚ ਉਦੋਂ ਆਏ ਜਦੋਂ ਮੈਂ ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਤੁਹਾਨੂੰ ਸੰਘਰਸ਼ ਕਰਦੇ ਦੇਖਿਆ ਕਿ ਤੁਸੀਂ ਇੱਕ ਸਰਕਾਰੀ ਕਾਲਜ ਬਚਾਓ ਨਾਲ ਹੀ ਵਿਦਿਆ ਬਚਾਓ ਜਿਹੜਾ ਮੰਚ ਹੈ ਉਹ ਸ਼ੁਰੂ ਕੀਤਾ ਉਚੇਰੀ ਵਿਦਿਆ ਦੇ ਖਾਸ ਕਰਕੇ। ਇਹਦੀ ਜ਼ਰੂਰਤ ਕਿਉਂ ਪਈ ਹੈ? ਜੇ ਤੁਸੀਂ ਮੋਟਾ ਜਿਹਾ ਆਈਡੀਆ ਦੇ ਸਕਦੇ ਹੋ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੀ ਹਾਲਤ ਹੈ?
ਮੈਡਮ, ਜਿਹੜਾ ਸਰਕਾਰੀ ਕਾਲਜ ਬਚਾਓ ਮੰਚ ਹੈ, ਇਹ ਪਿਛਲੇ 2-3-4 ਸਾਲਾਂ ਤੋਂ ਕੰਮ ਕਰ ਰਿਹਾ ਹੈ। ਔਰ ਕਿਉਂਕਿ 1995 ਤੋਂ ਬਾਅਦ ਪੰਜਾਬ ਦੇ ਜੋ ਘੱਟ ਗਿਣਤੀ ਦੇ ਵਿੱਚ ਸਰਕਾਰੀ ਕਾਲਜ ਨੇ ਦੂਜੀਆਂ ਸਟੇਟਾਂ ਦੇ ਮੁਕਾਬਲੇ, ਉਹਨਾਂ ਦੇ ਵਿੱਚ 1995 ਤੋਂ ਬਾਅਦ ਕੋਈ ਰੈਗੂਲਰ ਪ੍ਰੋਫੈਸਰ ਦੀ ਕੋਈ ਭਰਤੀ ਨਹੀਂ ਸੀ ਹੋਈ। ਇੱਕ ਭਰਤੀ ਕਰਨ ਦੀ ਸਰਕਾਰ ਨੇ ਪੀਪੀਐਸਸੀ ਦੇ ਥਰੂ ਕੋਸ਼ਿਸ਼ ਕੀਤੀ ਸੀ, ਪਰ ਉਹ ਜਿਹੜਾ ਬਹੁ ਚਰਚਿਤ ਰਵੀ ਸਿੱਧੂ ਸਕੈਮ ਹੋਇਆ, ਉਹਦੇ ਵਿੱਚ ਉਹ ਭਰਤੀ ਜਿਹੜੀ ਹੈਗੇ ਸਵਾਲਾਂ 'ਚ ਆਈ ਔਰ ਭਰਤੀ ਉਹ ਰੱਦ ਕਰ ਦਿੱਤੀ ਗਈ। ਔਰ ਉਹਨਾਂ ਨੇ ਪ੍ਰੋਫੈਸਰ ਜੋ ਸਿਲੈਕਟ ਹੋਏ ਸੀ 22 ਸਾਲਾਂ ਬਾਅਦ ਜਿਹੜੀ ਇਹ ਕਾਨੂੰਨੀ ਲੜਾਈ ਜਿੱਤ ਕੇ ਹੁਣ ਪਿਛਲੇ ਮਹੀਨੇ ਹੀ ਉਹਨਾਂ ਨੇ ਜਿਹੜੇ 22 ਕੁ ਪ੍ਰੋਫੈਸਰਾਂ ਨੇ ਜੁਆਇਨਿੰਗ ਪ੍ਰਾਪਤ ਕੀਤੀ ਹੈ। ਔਰ ਨਵੀਂ ਭਰਤੀ ਦੀ ਅਜੇ ਤੱਕ ਉਹਦੇ 'ਚ ਕੋਈ ਗੱਲਬਾਤ ਨਹੀਂ ਸੀਗੀ। ਲਗਭਗ 47 ਕੁ ਕਾਲਜ ਜਿਹੜੇ ਹੈਗੇ ਆ ਉਹ ਪੰਜਾਬ 'ਚ ਰਹਿ ਗਏ ਨੇ। ਪਹਿਲਾਂ ਜ਼ਿਆਦਾ ਸੀਗੇ, 2-3 ਕਾਲਜ ਜਿਹੜੇ ਹੈਗੇ ਆ, ਇੱਕ GNDU ਨੂੰ ਦੇ ਦਿੱਤਾ ਗਿਆ ਔਰ ਦੂਜਾ ਮਹਾਰਾਜਾ ਭੁਪਿੰਦਰਾ ਜਿਹੜੀ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਿਖੇ ਨਵੀਂ ਖੋਲੀ ਆ, 2 ਜਿਹੜੇ ਕਾਲਜ ਹੈ ਉਹਨਾਂ ਨੂੰ ਜਿਹੜੇ ਕਿ ਸਪੁਰਦ ਕਰ ਦਿੱਤੇ ਗਏ ਸੀਗੇ। ਉਸ ਤੋਂ ਬਾਅਦ ਜੇ ਆਪਾਂ ਆਪਣੇ ਗੁਆਂਢੀ ਸੂਬਿਆਂ ਵੱਲ ਵੇਖੀਏ, ਜਿਹੜੇ ਕਿ 1966 ਚ ਬਣੇ, ਹਰਿਆਣੇ ਦੀ ਗੱਲ ਕਰਦਾ ਮੈਂ, ਹਿਮਾਚਲ ਦੀ ਗੱਲ ਕਰਦਾ। ਜੇ ਆਪਾਂ ਅੱਜ ਦੇਖੀਏ, ਪੰਜਾਬ ਦੀ ਜੇ ਜਨਸੰਖਿਆ 3 ਕਰੋੜ ਦੇ ਲਗਭਗ ਹੈ ਔਰ 47 ਸਰਕਾਰੀ ਕਾਲਜ ਨੇ। ਇਹ ਹਰਿਆਣੇ ਵੱਲ ਦੇਖੀਏ ਤਾਂ ਉੱਥੇ 173 ਦੇ ਲਗਭਗ ਕਾਲਜ ਨੇ। ਹਿਮਾਚਲ ਪ੍ਰਦੇਸ਼ ਦੀ ਜਿਹੜੀ ਜਨਸੰਖਿਆ ਉਹ ਤਾਂ 75 ਲੱਖ ਹੀ ਹੈਗੀ ਹੈ, 1 ਕਰੋੜ ਤੋਂ ਵੀ ਥੱਲੇ ਹੈ। ਉੱਥੇ ਆਪਣੇ ਨਾਲੋਂ ਦੁੱਗਣੇ ਤੋਂ ਵੀ ਵੱਧ ਕਾਲਜ ਨੇ, ਲਗਭਗ 97 ਕਾਲਜ ਨੇ। ਸੋ ਇਹ ਜਿਹੜੇ ਮਾੜੇ ਹਾਲਾਤ ਨੇ ਇਹ ਸਾਹਮਣੇ ਆਏ ਔਰ ਨੌਜਵਾਨਾਂ ਦੀ ਔਰ ਜਿਹੜੇ UGC ਨੈਟ PhD MPhil ਕੀਤੇ ਹੋਏ ਨੌਜਵਾਨ ਨੇ, ਉਹਨਾਂ ਦੀ ਨਿਗਾਹ 'ਚ ਇਹ ਗੱਲ ਆਈ ਔਰ ਉਹਨਾਂ ਨੂੰ ਇਸ ਮੁਸੀਬਤ ਦਾ ਸਾਹਮਣਾ ਵੀ ਕਰਨਾ ਪਿਆ ਕਿ ਪੜ੍ਹ ਲਿਖ ਕੇ ਬੇਰੁਜ਼ਗਾਰ ਘੁੰਮਣਾ ਪਿਆ। ਸੋ ਉਹਨਾਂ ਨੇ ਕਾਲਜ ਬਚਾਓ ਮੰਚ ਜਿਹੜਾ ਬਣਾਇਆ ਔਰ ਇਹਨਾਂ ਪੋਸਟਾਂ ਦੀ ਡਿਮਾਂਡ ਕੀਤੀ। ਮੈਂ ਵੀ ਉਹਨਾਂ ਦੇ ਵਿੱਚ ਸ਼ਾਮਲ ਹਾਂ। ਉਹਦੇ ਵਿੱਚ ਇਹ ਸਟੂਡੈਂਟ ਵੀ ਸ਼ਾਮਲ ਨੇ, ਪ੍ਰੋਫੈਸਰ ਵੀ ਸ਼ਾਮਲ ਨੇ, ਸਾਰੀਆਂ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀਆਂ ਸ਼ਾਮਲ ਨੇ, ਹੋਰ ਬੁੱਧੀਜੀਵੀ ਵਰਗਾਂ ਦੀ ਵੀ ਫੁੱਲ ਸਪੋਰਟ ਜਿਹੜੀ ਹੈਗੀ ਹੈ, ਕਿਉਂਕਿ ਬਹੁਤ ਇੱਕ ਇੰਪੋਰਟੈਂਟ ਇਸ਼ੂ ਹੈ। ਦੇਖੋ, ਮੈਂ ਵੀ ਉਹਨਾਂ ਨੂੰ ਰਿਪਰੈਜ਼ੈਂਟ, ਮੈਂ ਸਮਝਦੀ ਹਾਂ ਕਿ ਇਹ ਇਸ਼ੂ ਬਹੁਤ ਇੰਪੋਰਟੈਂਟ ਹੈ, ਪਰ ਕੀ ਕਾਰਨ ਹੈ ਕਿ ਸਰਕਾਰਾਂ ਇਸ ਇਸ਼ੂ ਦੇ ਪ੍ਰਤੀ ਗੰਭੀਰ ਨਹੀਂ ਹਨ। ਦੇਖੋ, ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਸਟੂਡੈਂਟ ਹੈ ਉਹ ਬਾਹਰ ਆ ਚੁੱਕੇ ਆ। ਬਹੁਤ ਸਾਰੇ ਜਿਹੜੇ ਕਾਲਜ ਆ ਬੰਦ ਹੋ ਰਹੇ ਆ। ਤੁਸੀਂ ਸਰਕਾਰੀ ਕਾਲਜਸ ਦੀ ਬੰਦ ਹੋਣ ਦੀ ਗੱਲ ਕਰ ਰਹੇ ਹੋ, ਬਹੁਤ ਸਾਰੇ ਪ੍ਰਾਈਵੇਟ ਕਾਲਜਸ ਆ ਉਹ ਵੀ ਬੰਦ ਹੋ ਰਹੇ ਆ, ਬੰਦ ਹੋਣ ਦੇ ਕੰਢੇ ਖੜੇ ਹੈਗੇ ਆ। ਕੀ ਕਾਰਨ ਹੈ ਕਿ ਸਰਕਾਰ ਦੀ ਜਾਂ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਜਾਂ ਇਸ ਵੇਲੇ ਵੀ ਪੋਲੀਟੀਕਲ ਪਾਰਟੀਆਂ ਹੈਗੀਆਂ ਉਹ ਗੰਭੀਰ ਨਹੀਂ ਹਨ? ਤੁਸੀਂ ਹੁਣ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਬਣ ਰਿਹਾ, ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਲੋਕ ਸੰਘਰਸ਼ ਕਰ ਰਹੇ ਹੋ ਔਰ ਇੰਨਾ ਗੰਭੀਰ ਇਹ ਮੁੱਦਾ ਹੈਗਾ, ਫਿਰ ਉਹ ਗੰਭੀਰਤਾ ਕਿਉਂ ਨਹੀਂ ਦਿਖਾ ਰਹੇ? ਇਸ ਦੇ ਬਾਰੇ ਮੈਡਮ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਅਵੇਅਰਨੈਸ ਦੀ ਕਮੀ ਹੈ, ਕਿਉਂਕਿ ਪੰਜਾਬ ਦੇ ਵਿੱਚ ਇਹ ਸਮੱਸਿਆਵਾਂ ਆਈਆਂ, ਰੁਜ਼ਗਾਰ ਨਹੀਂ ਹੈ ਪੜ੍ਹੇ ਲਿਖੇ ਲੋਕਾਂ ਵਾਸਤੇ ਔਰ ਐਜੂਕੇਸ਼ਨ ਨਹੀਂ ਹੈ, ਬੇਸਿਕ ਐਜੂਕੇਸ਼ਨ ਨਹੀਂ ਹੈ। ਔਰ ਜਿਹੜੇ ਨਵੇਂ ਕੋਰਸ ਆ ਰਹੇ ਨੇ, ਰੁਜ਼ਗਾਰ ਦੇ ਮੌਕੇ ਜਿਹੜੇ ਮਿਲਦੇ ਆ, ਉਹਨਾਂ ਦਾ ਕਿਤੇ ਪੰਜਾਬ 'ਚ ਕੋਈ ਨਾਂ ਨਿਸ਼ਾਨ ਨਹੀਂ ਹੈ। ਫਾਰ ਐਗਜ਼ਾਮਪਲ ਮੈਂ ਇੱਕ ਹੀ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਕ ਸਪੋਰਟਸ ਮੈਨੇਜਮੈਂਟ ਦਾ ਕਾਲਜ, ਮਤਲਬ ਕਿ ਕੋਰਸ ਹੈ, ਪੂਰੇ ਇੰਡੀਆ ਦੇ ਵਿੱਚ ਉਹ 3 ਕਾਲਜ ਜਾਂ ਯੂਨੀਵਰਸਿਟੀਆਂ ਕੋਰਸ ਕਰਾ ਰਹੀਆਂ ਨੇ। ਪੰਜਾਬ ਹਰਿਆਣੇ ਦੇ ਤਾਂ ਨੌਜਵਾਨ ਖੇਡਾਂ 'ਚ ਬਹੁਤ ਅੱਗੇ ਨੇ, ਪਰ ਫਿਰ ਵੀ ਉਹ ਇੱਥੇ ਕੋਰਸ ਹੀ ਅਵੇਲੇਬਲ ਨਹੀਂ ਹੈ। ਤਾਂ ਇੱਥੋਂ ਦੇ ਫਿਰ ਨੌਜਵਾਨ ਕਰਨ ਕੀ? ਉਹਨਾਂ ਨੂੰ ਮਿਸਗਾਈਡ ਕੀਤਾ ਜਾ ਰਿਹਾ ਹੈ, ਨਸ਼ਿਆਂ ਦੀ ਭਰਮਾਰ ਹੈਗੀ ਹੈ, ਕਿਉਂਕਿ ਮੀਡੀਆ ਹੀ ਦੱਸ ਰਿਹਾ, ਸਾਰੇ ਅੰਕੜੇ ਵੀ ਲਿਆ ਰਿਹਾ, ਕਿਤੇ ਨਾ ਕਿਤੇ ਉੱਥੋਂ ਦੀਆਂ ਮਤਲਬ ਕਿ ਸ਼ੂਟ ਕਰਕੇ ਫੋਟੋ ਮੂਵੀਜ਼ ਵੀ ਲੈ ਕੇ ਆ ਰਿਹਾ। ਸੋ ਪੰਜਾਬ ਕਿਸੇ ਵੇਲੇ, ਕਿਉਂਕਿ ਜਿਹੜੀ ਤਕਸ਼ਿਲਾ ਯੂਨੀਵਰਸਿਟੀ ਪੁਰਾਣੇ ਪੰਜਾਬ 'ਚ ਹੁੰਦੀ ਸੀ ਔਰ ਉਸ ਵੇਲੇ ਦੇ ਹਿਊਨ-ਸਾਂਗ, ਇਤ ਸਿੰਘ, ਫਾਹੀਆਨ ਵਗੈਰਾ ਲਿਖਦੇ ਨੇ ਕਿ ਇੱਥੇ ਬਾਹਰੋਂ ਪੂਰੇ ਵਰਲਡ 'ਚੋਂ ਜਿਹੜੇ ਹੈਗੇ ਲੋਕ ਇੱਥੇ ਪੜ੍ਹਨ ਆਉਂਦੇ ਸੀ ਔਰ ਪਤਾ ਨਹੀਂ ਕਿਹੜੀ ਨਜ਼ਰ ਲੱਗੀ ਪੰਜਾਬ ਨੂੰ। ਇਹ ਜਿਹੜਾ ਉਚੇਰੀ ਸਿੱਖਿਆ ਦਾ ਮੁੱਦਾ ਹੈ ਉਹ ਲੋਕਾਂ ਦਾ ਮੁੱਦਾ ਨਹੀਂ ਬਣ ਸਕਿਆ। ਸੋ ਇਸ ਵਾਸਤੇ ਇਹ ਕਿਸੇ ਕਵੀ ਦਾ ਸ਼ੇਅਰ ਹੈ ਕਿ ਹੱਥਾਂ ਤੇ ਜਗਣ ਦੀਵੇ, ਮੱਥੇ ਤੇ ਹਨੇਰਾ, ਅੱਜ ਰਾਤ ਸੋਚਦੀ ਹੈ ਕਦ ਚੜ੍ਹੇਗਾ ਸਵੇਰਾ। ਸੋ ਇਹ ਲੋਕਾਂ ਦਾ ਮੁੱਦਾ ਨਹੀਂ ਬਣ ਸਕਿਆ। ਹੁਣ ਇਸ ਸਰਕਾਰੀ ਕਾਲਜ ਬਚਾਓ ਮੰਚ ਦੇ ਵਿੱਚ ਬੜੀ ਹਿੰਮਤ ਕੀਤੀ, ਮੈਂ ਸਾਰੇ ਸਾਥੀਆਂ ਦੀ ਦਾਦ ਦਿੰਦਾ ਔਰ ਬਹੁਤ ਸਾਰੇ ਬੁੱਧੀਜੀਵੀ ਵਰਗ ਜਿਨ੍ਹਾਂ 'ਚ ਤੁਹਾਡੇ ਵਰਗੇ ਜੋ ਚੈਨਲ ਚਲਾ ਰਹੇ ਨੇ,
ਬੜੇ ਸੀਰੀਅਸ ਮੁੱਦਿਆਂ ਤੇ ਜਿਹੜੇ ਹੈਗੇ ਧਿਆਨ ਦਿੰਦੇ ਆ। ਤਾਂ ਤੁਹਾਡੀ ਮਦਦ ਦੇ ਨਾਲ ਇਹ ਜਿਹੜਾ ਮੁੱਦਾ ਹੈ ਹੁਣ ਪੰਚਾਇਤਾਂ ਤੋਂ ਸ਼ੁਰੂ ਹੋਇਆ। ਪੰਚਾਇਤਾਂ ਨੇ ਲਿਖ ਕੇ ਦਿੱਤਾ ਹੈ, ਇਸ ਵਾਰ ਲਗਭਗ 5-7 ਪੰਚਾਇਤਾਂ ਲਿਖ ਕੇ ਦੇ ਚੁੱਕੀਆਂ। ਆਉਣ ਵਾਲੇ 2-3 ਦਿਨਾਂ ਦੇ ਵਿੱਚ 40-50 ਪੰਚਾਇਤਾਂ ਲਿਖ ਕੇ ਦੇਣਗੀਆਂ ਕਿ ਇਹ ਮੁੱਦਾ ਜਿਹੜਾ ਹੈਗਾ ਮੇਨ ਏਜੰਡੇ 'ਚ ਸ਼ਾਮਲ ਕਰਨ ਸਾਰੀਆਂ ਪਾਰਟੀਆਂ, ਔਰ ਈਵਨ ਕਿ ਚੋਣ ਮੈਨੀਫੈਸਟੋ 'ਚ ਵੀ ਲਿਖਣ। ਔਰ ਬਹੁਤ ਸਾਰੀਆਂ ਸੰਸਥਾਵਾਂ ਵੀ ਕੰਮ ਕਰ ਰਹੀਆਂ ਨੇ, ਤਾਂ ਕਿਤੇ ਜਾ ਕੇ ਹੁਣ ਥੋੜਾ ਜਿਹਾ ਸਿਆਸੀ ਲੋਕਾਂ ਨੂੰ ਇਹ ਪਤਾ ਲੱਗਣ ਲੱਗਿਆ ਕਿ ਇਹ ਵੀ ਮੁੱਦਾ ਹੈ ਇੱਕ। ਅੱਛਾ, ਜਿਹੜੀ ਅਵੇਅਰ ਤੁਸੀਂ ਵੱਖ-ਵੱਖ ਪਾਰਟੀਆਂ ਦੇ ਕੋਲ ਪਹੁੰਚੇ ਹੈਗੇ ਹੋ, ਜਾਂ ਜੇ ਉਮੀਦਵਾਰਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਆ ਜਾਂ ਪਾਰਟੀਆਂ ਦੇ ਲੀਡਰਸ ਦੇ ਨਾਲ ਗੱਲਬਾਤ ਹੋਈ ਹੈ, ਤੇ ਕਿਹੋ ਜਿਹਾ ਰਿਸਪੌਂਸ ਉਹਨਾਂ ਦਾ ਰਿਹਾ ਹੈ ਹੁਣ ਤੱਕ? ਤੁਹਾਨੂੰ ਲੱਗਦਾ ਕਿ ਉਹ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਚੀਜ਼ਾਂ ਨੂੰ ਪਹਿਲ ਦੇ ਆਧਾਰ ਤੇ ਸ਼ਾਮਿਲ ਕਰਨਗੇ? ਬਿਲਕੁਲ ਮੈਡਮ, ਜਿਹੜੇ ਸਾਡੇ ਸਾਥੀ ਨੇ ਸਾਰੇ ਪੰਜਾਬ ਦੇ ਵੱਖ-ਵੱਖ ਪਾਰਟੀਆਂ, ਲਗਭਗ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ, ਮਿਲੇ ਵੀ ਨੇ, ਬਹੁਤ ਸਾਰੇ ਉਮੀਦਵਾਰਾਂ ਨੂੰ ਵੀ ਮਿਲੇ ਨੇ, ਬਹੁਤ ਸਾਰੇ ਮੰਤਰੀਆਂ ਨੂੰ ਵੀ ਮਿਲੇ ਨੇ। ਔਰ ਪ੍ਰਗਟ ਸਿੰਘ ਜੀ ਨੇ ਵੀ ਬੜੀ ਹਿੰਮਤ ਕੀਤੀ ਹੈ ਕਿ ਪਿਛਲੇ 25-26 ਸਾਲਾਂ ਤੋਂ ਭਰਤੀ ਰੁਕੀ ਹੋਈ ਸੀ। ਉਹਨਾਂ ਨੇ ਇਹ ਕਿਹਾ ਕਿ ਮੇਰਾ ਸੁਪਨਾ ਹੈ ਕਿ 45 ਦਿਨਾਂ ਦੇ ਵਿੱਚ ਜਿਹੜੀ ਹੈ ਭਰਤੀ 1158 ਪ੍ਰੋਫੈਸਰਾਂ ਦੀ ਉਹਨਾਂ ਨੇ ਜਿਹੜੀ ਹੈਗੀ ਹੈ ਫਾਈਨਾਂਸ ਮਹਿਕਮੇ ਤੋਂ ਮਨਜ਼ੂਰੀ ਲਈ, 45 ਦਿਨਾਂ 'ਚ ਚੜਾਉਣ ਦੀ ਗੱਲ ਕਹੀ। ਫਿਰ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਔਰ ਭਰਤੀ ਵਾਸਤੇ ਜੋ ਹੈ ਨੋਟੀਫਿਕੇਸ਼ਨ ਵੀ ਹੋ ਗਿਆ, ਐਗਜ਼ਾਮ ਵੀ ਹੋ ਗਿਆ, ਰਿਜ਼ਲਟ ਵੀ ਆ ਗਿਆ। ਈਵਨ ਕਿ 603 ਜਿਹੜੇ ਹੈਗੇ ਉਮੀਦਵਾਰ, ਉਹਨਾਂ ਨੂੰ ਅਪਾਇੰਟਮੈਂਟ ਲੈਟਰ ਵੀ ਮਿਲ ਗਏ। ਉਹਨਾਂ ਚੋਂ ਅੱਧਿਆਂ ਨੂੰ ਲਗਭਗ ਸਟੇਸ਼ਨ ਵੀ ਮਿਲ ਗਏ, ਔਰ ਲਗਭਗ 150 ਜਿਹੜੇ ਹੈਗੇ ਕੈਂਡੀਡੇਟ ਉਹ ਜੁਆਇਨ ਵੀ ਕਰ ਚੁੱਕੇ ਕਾਲਜਾਂ ਦੇ ਵਿੱਚ। ਪਰ ਕੋਈ ਕਾਨੂੰਨੀ ਸੰਕਟ ਇਸ ਤਰ੍ਹਾਂ ਦਾ ਹਾਈ ਕੋਰਟ 'ਚ ਖੜਾ ਹੋਇਆ, ਉਸ ਕਰਕੇ ਜਿਹੜੀ ਇਹ ਭਰਤੀ ਇਹ ਰੁਕੀ ਹੋਈ ਆ। ਸੋ ਕਿਉਂਕਿ ਮਸਲਾ ਕੋਰਟ 'ਚ ਹੈ, ਜ਼ਿਆਦਾ ਬੋਲਣਾ ਉਹ ਤੇ ਵਾਜਬ ਨਹੀਂ ਹੋਏਗਾ। ਸੋ ਨੀਅਤ ਪ੍ਰਗਟ ਸਿੰਘ ਜੀ ਤੇ ਸਾਫ਼ ਸੀਗੀ, ਉਹਨਾਂ ਨੇ ਉਦਮ ਕੀਤਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇੰਨੇ ਕੁ ਕੰਮ ਤੋਂ ਸੰਤੁਸ਼ਟ ਨਹੀਂ ਹਾਂ, ਜੇ ਮੈਨੂੰ ਇੱਕ ਵਾਰੀ ਹੋਰ ਮੌਕਾ ਮਿਲਦਾ ਤਾਂ ਮੈਂ ਬਹੁਤ ਮਿਹਨਤ ਕਰਾਂਗਾ ਔਰ ਇਹ ਜਿਹੜਾ ਹੈਗਾ ਉਚੇਰੀ ਸਿੱਖਿਆ ਦੇ ਮਾੜੇ ਹਾਲਾਤ ਨੇ, ਮੈਂ ਕੰਮ ਕਰਾਂਗਾ। ਔਰ ਜਿੱਥੋਂ ਤੱਕ ਵਾਅਦਿਆਂ ਚੋਣ ਮੈਨੀਫੈਸਟੋ ਦੀ ਤੁਸੀਂ ਗੱਲ ਕੀਤੀ, ਮੈਂ ਇਹ ਦੱਸਣਾ ਕਿ ਕਾਂਗਰਸ ਪਾਰਟੀ ਨੇ ਜਿਹੜਾ ਪਿਛਲੇ ਇਲੈਕਸ਼ਨਾਂ ਵੇਲੇ ਉਹਨਾਂ ਨੇ ਇੱਕ ਮੈਨੀਫੈਸਟੋ ਜਾਰੀ ਕੀਤਾ ਸੀ, ਉਹਦੇ ਆਪਾਂ ਦੇਖ ਸਕਦੇ ਹਾਂ ਪੇਜ ਨੰਬਰ 57 ਪੁਆਇੰਟ ਨੰਬਰ 36 ਤੇ ਲਿਖਿਆ ਸੀ ਕਿ ਕਾਂਗਰਸ ਸਰਕਾਰ ਜੇ ਬਣਦੀ ਹੈ ਤਾਂ ਪਹਿਲੇ 100 ਦਿਨਾਂ ਦੇ ਵਿੱਚ ਅਸੀਂ 50 ਕਾਲਜ ਜਿਹੜੇ ਉਹ ਖੋਲਣੇ ਸ਼ੁਰੂ ਕਰ ਦਿਆਂਗੇ। ਔਰ ਪੂਰੀ ਹੋ ਗਈ ਹੈ ਉਹਦੀ ਟਰਮ, ਔਰ 16 ਕਾਲਜਾਂ ਨੂੰ ਮਨਜ਼ੂਰੀ ਮਿਲੀ ਹੈ। ਕੁਝ ਕਾਲਜ ਬਣ ਚੁੱਕੇ ਨੇ, ਕੁਝ ਬਣ ਰਹੇ ਨੇ, ਔਰ ਕਈਆਂ ਦੇ ਪਿਛਲੇ ਮਹੀਨੇ ਹੀ ਕੁਝ ਨੀਂਹ ਪੱਥਰ ਰੱਖੇ ਗਏ ਨੇ, ਉਹ ਜਿਹੜੇ ਹੈਗੇ ਹੌਲੀ ਹੌਲੀ ਬਣ ਰਹੇ। ਤਾਂ 50 ਤੋਂ ਘੱਟ ਕੇ 16 ਆ ਗਏ ਹੈ, ਔਰ ਹੋਰ ਤਾਂ ਕਿਸੇ ਪੋਲੀਟੀਕਲ ਪਾਰਟੀ ਨੇ ਇਹਦਾ ਵਾਅਦਾ ਵੀ ਨਹੀਂ ਕੀਤਾ ਸੀ। ਔਰ ਹੁਣ ਅਸੀਂ ਇਹ ਸੰਘਰਸ਼ ਇਸ ਗੱਲ ਲਈ ਕਰ ਰਹੇ ਹਾਂ ਕਿ ਉਚੇਰੀ ਸਿੱਖਿਆ ਲੋਕਾਂ ਦਾ ਮੁੱਦਾ ਬਣੇ, ਇਹਦੀ ਲੋੜ ਨੂੰ ਸਮਝਣ ਸਾਰੀਆਂ ਸਿਆਸੀ ਪਾਰਟੀਆਂ, ਆਪਣੇ ਮੁੱਖ ਏਜੰਡੇ ਦੇ ਵਿੱਚ ਰੱਖਣ ਔਰ ਆਪਦੇ ਇਲੈਕਸ਼ਨ ਮੈਨੀਫੈਸਟੋ ਵਿੱਚ ਵੀ ਥਾਂ ਦੇਣ। ਗੁਰਪ੍ਰੀਤ ਜੀ, ਤੁਸੀਂ ਕਿਹਾ ਕਿ ਪਹਿਲੇ 100 ਦਿਨਾਂ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਨਵੇਂ ਕਾਲਜਸ ਖੋਲਾਂਗੇ, ਤੇ ਇਹ 100 ਦਿਨਾਂ ਦੇ ਵਿੱਚ ਕੰਮ ਕੀਤਾ ਗਿਆ ਜਾਂ ਹੁਣ ਅਖੀਰਲੇ 4.5 ਸਾਲ ਤੋਂ ਬਾਅਦ ਦੇ ਜਿਹੜੇ 6 ਮਹੀਨੇ ਬਚੇ ਨੇ, 5 ਮਹੀਨੇ ਬਚੇ, ਉਹਨਾਂ ਦੇ ਦੌਰਾਨ ਇਹ ਕੰਮ ਕੀਤਾ ਗਿਆ? ਕੈਪਟਨ ਸਾਹਿਬ ਆਪਣੇ ਅਸਤੀਫੇ ਤੋਂ 3-4 ਦਿਨ ਪਹਿਲਾਂ ਇਹ 16 ਕਾਲਜਾਂ ਨੂੰ ਮਨਜ਼ੂਰੀ ਦੇ ਕੇ ਗਏ ਸੀਗੇ। 100 ਦਿਨਾਂ ਵਾਲੀ ਗੱਲ ਨਹੀਂ ਹੋਈ, 100 ਦਿਨਾਂ ਵਾਲੀ ਗੱਲ ਨਹੀਂ ਹੋਈ, ਪਹਿਲੇ ਇਹ ਮਨਜ਼ੂਰੀ ਮਿਲ ਗਈ ਔਰ ਬਣ ਗਏ। ਔਰ 2-3 ਦਿਨ ਪਹਿਲਾਂ ਆਪਣੇ ਅਸਤੀਫੇ ਤੋਂ 160 ਪ੍ਰੋਫੈਸਰ ਹੈ ਜਿਹੜੇ ਇਹਨਾਂ 16 ਕਾਲਜਾਂ ਦੇ ਵਿੱਚ, ਔਰ 17 ਲਾਇਬ੍ਰੇਰੀਅਨ, ਉਹਨਾਂ ਦੀ ਭਰਤੀ ਨੂੰ ਮਨਜ਼ੂਰੀ ਦੇ ਕੇ ਗਏ ਸੀਗੇ। ਪਰ ਉਹ ਹੁਣ ਜਿਹੜੀ ਹੈਗੀ ਹੈ, ਜਿਹੜੀਆਂ ਹੁਣ 1158 ਵੈਕੈਂਸੀਜ਼ ਆਈਆਂ, ਉਹਨਾਂ ਦੇ ਵਿੱਚ ਮਰਜ ਹੋ ਗਿਆ ਉਹ ਸਾਰਾ ਜਿਹੜਾ ਹੈਗਾ ਸਟਾਫ, ਔਰ ਹੁਣ ਇਹ ਭਰਤੀ ਹੋਈ ਹੈ। ਔਰ ਕਨਸਟੀਟਿਊਐਂਟ ਕਾਲਜ ਵੀ 2009 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਖੋਲੇ ਸੀ ਕਿ ਪੇਂਡੂ ਇਲਾਕੇ, ਦੂਰ ਦੁਰਾਡੇ ਸ਼ਹਿਰਾਂ ਤੋਂ ਜਿੱਥੇ ਕਿ ਪੇਂਡੂ ਵਿਦਿਆਰਥੀਆਂ ਦੀ ਪਹੁੰਚ ਨਹੀਂ ਹੈ, 31 ਕਾਲਜ ਪੰਜਾਬ ਨੂੰ ਜਿਹੜੇ ਹੈਗੇ ਆ ਖੋਲ ਕੇ ਦਿੱਤੇ ਗਏ ਸੀ। ਥਾਂ ਪੰਜਾਬ ਦੇ ਲੋਕਾਂ ਨੇ ਦਿੱਤੀ ਸੀ, ਔਰ ਸਾਰਾ ਇਨਫਰਾਸਟ੍ਰਕਚਰ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਸੀ, ਔਰ ਉਹਦੇ ਵਿੱਚ ਟੀਚਰ ਭਰਤੀ ਕਰਕੇ ਔਰ ਉਹਨਾਂ ਨੂੰ ਤਨਖਾਹ ਦੇਣ ਦੀ ਜ਼ਿੰਮੇਵਾਰੀ ਸਟੇਟ ਗਵਰਨਮੈਂਟ ਦੀ ਲਾਈ ਸੀਗੀ। ਪਰ ਉਹ ਅਜੇ ਤੱਕ ਉੱਥੇ ਇੱਕ ਵੀ ਪ੍ਰੋਫੈਸਰ ਹੈ ਜਿਹੜਾ ਰੈਗੂਲਰ ਭਰਤੀ ਕਰਕੇ ਨਹੀਂ ਭਰਤੀ ਕੀਤਾ ਗਿਆ। ਉਹਨਾਂ 'ਚ ਵੀ ਗੈਸਟ ਫੈਕਲਟੀ, ਐਡ ਹੌਕ, ਪਾਰਟ ਟਾਈਮਰ ਉਹੀ ਕੰਮ ਕਰ ਰਹੇ ਨੇ। ਪਰ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਤੁਸੀਂ ਉਚੇਰੀ ਵਿੱਦਿਆ ਨੂੰ ਉਹਦੇ ਸੁਧਾਰ ਦੀ ਗੱਲ ਕਰ ਰਹੇ ਹੋ, ਸੁਧਾਰ ਦੀ ਮੰਗ ਕਰ ਰਹੇ ਹੋ, ਉੱਥੇ ਹੁਣ ਜਿਹੜੇ ਐਜੂਕੇਟਰਸ ਨੇ, ਵਿੱਦਿਆ ਦੇਣ ਵਾਲੇ ਆ, ਉਹ ਹੀ ਆਪਸ ਦੇ ਵਿੱਚ ਵੰਡੇ ਹੋਏ ਆ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ 1158 ਜਿਹੜੇ ਉਹ ਅਧਿਆਪਕ ਜਾਂ ਪ੍ਰੋਫੈਸਰਸ
ਇਹ ਫੈਕਲਟੀ ਮੈਂਬਰਸ ਭਰਤੀ ਕਰਨ ਦੀ ਜਿਹੜੀ ਪ੍ਰਕਿਰਿਆ ਸੀ ਉਹ ਆਰੰਭ ਹੋ ਗਈ। ਦੂਸਰੇ ਪਾਸੇ ਉਹਨੂੰ ਚੈਲੰਜ ਕਰ ਦਿੱਤਾ ਗਿਆ। ਖੈਰ ਮੁੱਦਾ ਜਿਹੜਾ ਹੈ ਉਹ ਇਸ ਵੇਲੇ ਕੋਰਟ ਦੇ ਵਿੱਚ ਹੈ। ਤੁਸੀਂ ਖੁਦ ਕਹਿ ਰਹੇ ਹੋ ਕਿ ਇਹ ਵਾਜਬ ਨਹੀਂ ਹੋਏਗਾ ਇਹਦੇ ਬਾਰੇ ਗੱਲਬਾਤ ਕਰਨੀ, ਪਰ ਇਹ ਨਜ਼ਰ ਚੀਜ਼ ਆ ਰਹੀ ਹੈ ਕਿ ਇਹ ਐਜੂਕੇਸ਼ਨ ਨਾਲੋਂ ਵੱਧ ਇਹ ਜਿਹੜਾ ਨੌਕਰੀਆਂ ਦਾ ਜ਼ਿਆਦਾ ਮਸਲਾ ਬਣਿਆ। ਕੀ ਕਹੋਗੇ ਤੁਸੀਂ? ਐਜੂਕੇਸ਼ਨ ਦਾ ਜਿਹੜਾ ਸਭ ਤੋਂ ਪਹਿਲਾਂ ਇਹ ਮੈਂ ਕਹਿਣਾ ਚਾਹਾਂਗਾ ਕਿ ਜਦੋਂ ਵਿਦਿਆਰਥੀ 8ਵੀਂ ਜਾਂ 10ਵੀਂ ਪਾਸ ਕਰਦਾ ਹੈ ਤਾਂ ਆਪਣੇ ਇਹ ਆਮ ਪੰਜਾਬ ਦੇ ਵਿੱਚ ਧਾਰਨਾ ਹੈ ਕਿ ਵੀ ਪੜ੍ਹਾਈ ਹੈ ਜਿਹੜੀ ਇਹ ਨੌਕਰੀ ਪ੍ਰਾਪਤ ਕਰਨ ਵਾਸਤੇ ਕੀਤੀ ਜਾਂਦੀ ਹੈ। ਹਾਲਾਂਕਿ ਅਜਿਹਾ ਨਹੀਂ ਹੈ। ਗੁਰਬਾਣੀ ਦੇ ਪਵਿੱਤਰ ਬਾਕ ਨੇ ਵਿਦਿਆ ਵਿਚਾਰੀ ਪਰਉਪਕਾਰੀ, ਉਹ ਵਿਦਿਆ ਨੂੰ ਵਿਚਾਰਦਾ, ਤਾਂ ਇਹ ਬੜਾ ਪਰਉਪਕਾਰ ਦਾ ਜਿਹੜਾ ਹੈਗਾ ਕੰਮ ਕਰਦੀ ਹੈ ਵਿਦਿਆ। 8ਵੀਂ 10ਵੀਂ ਤੋਂ ਬਾਅਦ ਜਿਹੜੇ ਤੁਹਾਡੇ ਦੇਸ਼ ਨੇ, ਕੈਨੇਡਾ ਹੈ, ਅਮਰੀਕਾ ਹੈ, ਰਸ਼ੀਆ, ਜਰਮਨੀ ਔਰ ਫਰਾਂਸ, ਇਹ ਜਿਹੜੇ ਦੇਸ਼ ਨੇ 8ਵੀਂ 10ਵੀਂ ਤੋਂ ਬਾਅਦ ਬੱਚੇ ਦੀ ਕਾਉਂਸਲਿੰਗ ਕਰਕੇ ਇਹ ਪਤਾ ਕਰਦੇ ਆ ਕਿ ਇਹਦੇ ਵਿੱਚ ਕਿਸ ਚੀਜ਼ ਦੀ ਪ੍ਰਤਿਭਾ ਹੈ, ਇਹਦਾ ਇੰਟਰਸਟ ਕੀ ਹੈ, ਇਹਦਾ ਐਟੀਟਿਊਡ ਐਪਟੀਟਿਊਡ ਕੀ ਹੈ, ਔਰ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਹੈਗਾ ਕੰਮ ਲਾਇਆ ਜਾਂਦਾ ਹੈ ਜਾਂ ਸਟੱਡੀ ਕਰਵਾਈ ਜਾਂਦੀ ਹੈ, ਕੋਰਸ ਦੀ ਜਿਹੜੀ ਹੀ ਚੋਣ ਕੀਤੀ ਜਾਂਦੀ ਹੈ। ਔਰ ਸਾਡੇ ਇਹ ਦੇਸ਼ ਦੇ ਵਿੱਚ ਇਹ ਬੜੀ ਗੱਲ ਮੰਦਭਾਗੀ ਹੈ ਕਿ PhD ਵੀ ਇਹ ਸੋਚ ਕੇ ਕੀਤੀ ਜਾਂਦੀ ਹੈ ਕਿ ਮੈਨੂੰ ਚਲੋ 21,600 ਵਾਲੀ ਜਾਂ 24,000 ਵਾਲੀ ਜੌਬ ਮਿਲ ਜੇਗੀ। ਤਾਂ ਇੱਥੇ ਕਿਤੇ ਨਾ ਕਿਤੇ ਇਹ ਮਸਲਾ ਬਣਿਆ ਹੋਇਆ ਹੈ। 10ਵੀਂ ਤੋਂ ਬਾਅਦ ਹੀ ਜਾਂ 8ਵੀਂ ਤੋਂ ਬਾਅਦ ਹੀ ਕਾਉਂਸਲਿੰਗ ਦੇ ਥਰੂ ਇਹ ਇੰਟਰਸਟ ਫਾਈਂਡ ਕਰਕੇ ਸਟੂਡੈਂਟਸ ਨੂੰ, ਉਹਨਾਂ ਦੇ ਪੇਰੈਂਟਸ ਨੂੰ, ਉਹਨਾਂ ਦੇ ਟੀਚਰਸ ਨੂੰ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਬੱਚਾ ਜਿਹੜਾ ਹੈਗਾ ਟੈਕਨੀਕਲ ਕੋਰਸ ਵਾਲੇ ਪਾਸੇ ਜੇ ਕਾਮਯਾਬ ਹੋ ਸਕਦਾ ਤਾਂ ਤੁਸੀਂ ਇਹਨੂੰ ਆਰਟਸ ਦੀ ਪੜ੍ਹਾਈ ਕਿਉਂ ਕਰਵਾ ਰਹੇ ਹੋ। ਜੇ ਉਹ ਮੈਡੀਕਲ ਲਾਈਨ 'ਚ ਜਾਣਾ ਚਾਹੁੰਦਾ ਹੈ ਤਾਂ ਤੁਸੀਂ ਇਹਨੂੰ ਇੰਜੀਨੀਅਰਿੰਗ 'ਚ ਕਿਉਂ ਭੇਜ ਰਹੇ ਹੋ। ਜਿੱਦਾਂ ਕਿ 3 Idiot ਫਿਲਮ ਇੱਕ ਸਾਡੇ ਸਾਹਮਣੇ ਹੈ, ਉਹਨਾਂ ਨੇ ਦੱਸਿਆ ਕਿ ਇੰਟਰਸਟ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਗਾਈਡ ਕਰਕੇ ਜਿਹੜਾ ਹੈਗਾ ਅੱਗੇ ਲਿਜਾਣਾ ਚਾਹੀਦਾ ਹੈ। ਪਰ ਬਦਕਿਸਮਤੀ ਦੇ ਨਾਲ ਕਾਉਂਸਲਰ ਦੀ ਪੰਜਾਬ ਦੀਆਂ ਸਟੇਟਾਂ ਦੇ ਵਿੱਚ ਇੱਕ ਵੀ ਵੈਕੈਂਸੀ ਨਹੀਂ ਹੈ। ਸੈਂਟਰ ਗਵਰਨਮੈਂਟ ਦੇ ਸਕੂਲ ਜਿਹੜੇ 2-3 ਤਰ੍ਹਾਂ ਦੇ, ਕੇਂਦਰੀ ਵਿਦਿਆਲਾ ਹੈ, ਚਾਹੇ ਜਵਾਹਰ ਨਵੋਦਿਆ ਵਿਦਿਆਲਾ ਹੈ, ਚਾਹੇ ਉਹ ਆਰਮੀ ਪਬਲਿਕ ਸਕੂਲ ਹੈ, ਉਹਨਾਂ ਦੇ ਵਿੱਚ ਵੈਕੈਂਸੀਜ਼ ਤਾਂ ਹੈਗੀਆਂ ਨੇ ਪਰ ਉਹ ਸਾਰੀਆਂ ਖਾਲੀ ਪਈਆਂ ਨੇ। ਤਾਂ ਮੇਨ ਜਿਹੜਾ ਪ੍ਰੋਬਲਮ ਹੈ ਇੱਥੇ ਹੈ ਜਿਹੜਾ ਤੁਸੀਂ ਸਵਾਲ ਪੁੱਛਿਆ। ਤੁਸੀਂ ਜਿਹੜੀ ਗੱਲ ਕੀਤੀ ਆ ਕਿ ਜਿਹੜੇ ਹੋਰ ਕਾਲਜ ਖੋਲ੍ਹੇ ਜਾਣਗੇ ਜਾਂ ਪਿਛਲੀ ਸਰਕਾਰ ਵਾਅਦਾ ਕੀਤਾ ਸੀ ਉਹ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੁਝ ਕੰਮ ਸ਼ੁਰੂ ਕਰ ਦਿੱਤਾ ਗਿਆ, ਪਰ ਦੂਸਰੇ ਪਾਸੇ ਜਿਹੜੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਉਚੇਰੀ ਸਿੱਖਿਆ ਲੈਣ ਦੇ ਲਈ ਤਾਂ ਉਹ ਬਾਹਰ ਆ ਰਹੇ ਹੈਗੇ ਆ। ਜੋ ਕੁਝ ਹੈ ਈਵਨ ਪ੍ਰਾਈਵੇਟ ਕਾਲਜਸ ਵੀ ਬੰਦ ਹੋ ਰਹੇ ਹੈਗੇ ਆ। ਜਿਹੜਾ ਬਾਹਰ ਆਉਣ ਦਾ ਰੁਝਾਨ ਹੈ, ਗੱਲ ਇਹ ਹੈ ਕਿ ਉਹ ਰੁਕਣਾ, ਉਹ ਤਾਂ ਬੰਦ ਹੋ ਨਹੀਂ ਰਿਹਾ। ਉਚੇਰੀ ਸਿੱਖਿਆ ਬਾਹਰ ਲੈਣ ਆਉਣਾ, ਉਹਦੇ ਵਿੱਚ ਕੋਈ ਗਲਤੀ ਨਹੀਂ ਹੈਗੀ। ਵਿਦਿਆਰਥੀ ਵੀ ਇੱਥੇ ਬਹੁਤ ਕੁਝ ਭੁਗਤ ਰਹੇ ਹੈਗੇ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ। ਪਰ ਗੱਲ ਤਾਂ ਇਹ ਹੈ ਕਿ ਉੱਥੋਂ ਦਾ ਚਾਹੇ ਐਜੂਕੇਸ਼ਨ ਸਿਸਟਮ ਹੈ ਜਾਂ ਬਾਕੀ ਸਰਕਮਸਟੈਂਸਿਸ ਹੈਗੀਆਂ, ਉਹ ਉੱਥੇ ਵਿਦਿਆਰਥੀਆਂ ਨੂੰ ਵੀ ਰੱਖਣ ਦੇ ਲਈ ਉਹਨਾਂ ਨੂੰ ਕਨਵਿੰਸ ਨਹੀਂ ਕਰ ਪਾ ਰਹੇ। ਕਾਲਜ ਨਵੇਂ ਖੋਲ੍ਹ ਕੇ ਕੀ ਕੀਤਾ ਜਾ ਸਕਦਾ? ਨਵੇਂ ਕੋਰਸ ਲਿਆਂਦੇ ਜਾ ਸਕਦੇ ਆ ਜੀ, ਕਿਉਂਕਿ ਜਿਹੜੇ ਪੁਰਾਣੇ ਆਪਣੇ ਕਾਲਜ ਨੇ ਉਹਨਾਂ ਦੇ ਵਿੱਚ ਕਈਆਂ, ਬਹੁਤ ਸਾਰੇ ਤਾਂ MA ਦੀਆਂ ਕਲਾਸਿਸ ਨਹੀਂ ਹੈ। ਗ੍ਰੈਜੂਏਸ਼ਨ ਦੇ ਜਿਹੜੇ ਹੈਗੇ ਸਿਰਫ BA ਜਾਂ BCom ਔਰ ਵੱਧ ਤੋਂ ਵੱਧ BSc ਮੈਡੀਕਲ ਨਾਨ ਮੈਡੀਕਲ ਹੈ। ਹੁਣ BSc ਐਗਰੀਕਲਚਰ ਇੱਕ ਫਰੀਦਕੋਟ ਕਾਲਜ ਹੈ, ਉਹਦੇ ਵਿੱਚ BSc ਐਗਰੀਕਲਚਰ ਹੁੰਦੀ ਸੀ, ਉਹ ਵੀ ਬੰਦ ਕਰ ਦਿੱਤੀ ਗਈ ਹੈ। ਤਾਂ ਜਿਹੜੀ ਹੁਣ BSc ਐਗਰੀਕਲਚਰ ਪ੍ਰਾਈਵੇਟ ਸੰਸਥਾਵਾਂ ਤੋਂ ਕਰਾਂਗੇ ਤਾਂ ਲੱਖਾਂ ਰੁਪਏ ਉਹਦੇ ਤੇ ਖਰਚ ਹੁੰਦੇ ਆ। ਹੋਰ ਬਹੁਤ ਸਾਰੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਹੈ ਔਰ ਕੰਪਿਊਟਰ ਦੇ ਕੋਰਸ ਨੇ। ਹੁਣ ਕੰਪਿਊਟਰ ਦੇ ਦੇਖੋ ਤੁਸੀਂ, ਰੈਗੂਲਰ ਪ੍ਰੋਫੈਸਰ ਸਿਰਫ 4 ਨੇ ਪੂਰੇ ਪੰਜਾਬ ਦੇ ਵਿੱਚ, ਔਰ ਨਾਰੇ ਇੱਥੇ ਡਿਜੀਟਲ ਵਾਲੇ ਵੱਜ ਰਹੇ ਨੇ। ਸੋ ਇਹ ਫਿਰ ਸਟੂਡੈਂਟ ਕੀ ਕਰਨਾ ਇੱਥੇ, ਜਦੋਂ ਕੋਈ ਕੋਰਸ ਹੀ ਨਹੀਂ ਹੈਗੇ ਉਸ ਤਰ੍ਹਾਂ ਦੇ, ਤਾਂ ਬਾਹਰ ਹੀ ਜਾਣਾ ਪਏਗਾ। ਹੁਣ ਬਾਹਰ ਜਾਣ ਵਾਸਤੇ ਸਮੱਸਿਆਵਾਂ ਦੇਖੋ ਕਿੰਨੀਆਂ ਆਉਂਦੀਆਂ ਕਿ ਚਾਹੇ ਉਹਨਾਂ ਨੂੰ ਘਰ ਵੇਚਣਾ ਪਵੇ, ਜ਼ਮੀਨ ਵੇਚਣੀ ਪਵੇ, ਚਾਹੇ ਗਹਿਣੇ ਰੱਖਣੀ ਪਵੇ, ਮਾਂ ਪਿਓ ਦੇ ਗਹਿਣੇ ਵੇਚਣੇ ਪੈਣ, ਈਵਨ ਕਿ ਜਾਲੀ ਵਿਆਹ ਵੀ ਹੁੰਦੇ ਨੇ ਵੀ ਬਾਹਰ ਚਲੇ ਜਾਈਏ ਇੱਥੋਂ, ਇੱਥੇ ਕੋਈ ਸਿਕਿਉਰਿਟੀ ਨਹੀਂ ਹੈ, ਜੌਬ ਦੀ ਸਿਕਿਉਰਿਟੀ ਨਹੀਂ ਹੈ, ਵੈਸੇ ਕੋਈ ਸਿਕਿਉਰਿਟੀ ਨਹੀਂ ਹੈ, ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ, ਰੁਜ਼ਗਾਰ ਨਹੀਂ ਹੈ। ਤਾਂ ਬਾਹਰ ਘੱਟੋ ਘੱਟ ਰੁਜ਼ਗਾਰ ਤਾਂ ਮਿਲਦਾ ਨਾ। ਬਹੁਤ ਸਾਰੇ ਸਮਝੌਤੇ ਸਟੂਡੈਂਟਸ ਦੁਆਰਾ ਬਾਹਰ ਜਾਣ ਲਈ ਕੀਤੇ ਜਾਂਦੇ ਆ, ਉੱਥੇ ਵੀ ਕੀਤੇ ਜਾਂਦੇ ਆ। ਸੋ ਇਸ ਵਾਸਤੇ ਜਿਹੜੇ ਹੈਗੇ ਕੌਣ ਜ਼ਿੰਮੇਵਾਰ ਨੇ, ਇਹ ਤਾਂ ਤੁਸੀਂ ਹੀ ਮੀਡੀਆ ਵਾਲਿਆਂ ਨੇ ਉਜਾਗਰ ਕਰਨਾ ਹੈ ਜੀ। ਅਖੀਰ ਤੇ ਮੈਂ ਇੱਕ ਵਾਰੀ ਫੇਰ ਇਹ ਗੱਲ ਤੁਹਾਡੇ ਕੋਲੇ ਪੁੱਛਣਾ ਚਾਹੁੰਦੀ ਹਾਂ ਕਿ ਕਿਹੜੀਆਂ ਪੋਲੀਟੀਕਲ ਪਾਰਟੀਜ਼ ਨੂੰ ਤੁਸੀਂ ਰੀਚ ਆਊਟ ਕੀਤਾ, ਕਿਹੜੇ ਲੀਡਰਸ ਨੂੰ ਮਿਲੇ ਆ, ਕੀ ਰਿਸਪੌਂਸ ਮਿਲਿਆ, ਕੀ ਆਸ ਹੈਗੀ ਤੁਹਾਨੂੰ ਉਹਨਾਂ ਕੋਲੋਂ? ਅਜਿਹੀ ਕੋਈ ਪਾਰਟੀ ਨਹੀਂ ਹੈ ਜੀ ਜਿਹਨੂੰ ਅਸੀਂ ਨਹੀਂ ਮਿਲੇ ਜਾਂ ਅਸੀਂ ਆਪਦਾ ਸੁਨੇਹਾ ਨਹੀਂ ਲਗਾਇਆ। ਔਰ ਹੁਣ ਜ਼ਿਆਦਾ ਬੋਲਣ ਲੱਗੇ ਫਿਰ
ਇਹ ਇੱਕ ਜਿਵੇਂ ਸ਼ੇਅਰ ਹੈ ਕਿ ਇਹ ਦੌਰੇ ਸਿਆਸਤ ਵੀ ਕਿਆ ਦੌਰੇ ਸਿਆਸਤ ਹੈ, ਚੁੱਪ ਰਹੂੰ तो ਨਦਾਮਤ ਹੈ, ਬੋਲੂੰ तो ਬਗਾਵਤ ਹੈ। ਹੁਣ ਇਹ ਬਿਲਕੁਲ ਨਵਾਂ ਮੁੱਦਾ ਹੈ। ਇਹਦੇ ਬਾਰੇ ਜਦੋਂ ਜ਼ਿਆਦਾ ਬੋਲਿਆ ਵੀ ਜਾਂਦਾ ਹੈ ਤਾਂ ਬਹੁਤ ਬੁੱਧੀਜੀਵੀ ਵਰਗ ਦੇ ਵੀ ਫੋਨ ਆਉਂਦੇ ਹੈ ਕਿ ਕਾਕਾ ਜੀ ਸੰਭਲ ਸੰਭਲ ਕੇ ਤੁਰੋ। ਸਾਡੇ ਵੱਲੋਂ ਕੋਈ ਕਮੀ ਨਹੀਂ ਛੱਡੀ ਗਈ ਹੈ। ਅਸੀਂ ਪੰਚਾਇਤਾਂ ਤੱਕ ਵੀ ਪਹੁੰਚ ਕੀਤੀ ਹੈ, ਅਸੀਂ ਨਗਰ ਕੌਂਸਲਾਂ ਤੱਕ ਵੀ ਪਹੁੰਚ ਕੀਤੀ ਹੈ, ਔਰ 2-4 ਦਿਨਾਂ ਦੇ ਵਿੱਚ ਤੁਹਾਨੂੰ 50 ਦੇ ਲਗਭਗ ਪੰਚਾਇਤਾਂ ਦੇ ਮਤੇ ਵੀ ਮਿਲ ਜਾਣਗੇ ਕਿ ਹੁਣ ਪੰਚਾਇਤਾਂ ਵੀ ਇਸ ਹੱਕ 'ਚ ਬੋਲਣ ਲੱਗੀਆਂ ਨੇ, ਵਿਦਵਾਨ ਵੀ ਬੋਲਣ ਲੱਗੇ ਨੇ, ਨੌਜਵਾਨ ਵੀ ਬੋਲਣ ਲੱਗੇ ਨੇ। ਸੋ ਇਹ ਔਰ ਤੁਸੀਂ ਦੇਖੋ ਵਿਦੇਸ਼ ਦੀ ਧਰਤੀ ਤੇ ਬੈਠ ਕੇ ਵੀ ਇਸ ਮੁੱਦੇ ਨੂੰ ਜਿਹੜਾ ਹੈਗਾ ਛੋਇਆ ਹੈ। ਤਾਂ ਮੇਰੀ ਬੇਨਤੀ ਕਿ ਇੱਥੇ ਬਾਹਰ ਜਿਹੜੇ NRI ਨੇ, ਬੜੇ ਸਮਰੱਥ ਲੋਕ ਨੇ ਆਪਣੇ ਪੰਜਾਬੀ ਲੋਕ, ਉਹ ਵੀ ਚਾਹੇ ਉਹ ਐਮਬੈਸੀ ਦੇ ਥਰੂ, ਚਾਹੇ ਜੋ ਵੀ ਉਹਨਾਂ ਦੇ ਸੋਰਸਿਸ ਨੇ, ਉਹ ਸਾਡੀ ਮਦਦ ਕਰਨ। ਅਸੀਂ ਪੰਜਾਬ 'ਚ ਕੰਮ ਕਰ ਰਹੇ ਹਾਂ, ਉਹ ਵੀ ਮਦਦ ਕਰਨ। ਚਾਹੇ ਉਹ ਸਿਆਸੀ ਲੋਕਾਂ ਨੂੰ ਟੈਲੀਫੋਨ ਕਰਨ, ਮੇਲ ਪਾਉਣ, ਚਿੱਠੀ ਭੇਜਣ, ਐਮਬੈਸੀ 'ਚ ਗੱਲ ਕਰਨ, ਜੋ ਮਰਜ਼ੀ ਕਰਨ। ਇਹ ਬੜਾ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਔਰ ਸਿਆਸੀ ਲੋਕਾਂ ਤੱਕ ਅਸੀਂ ਕੀਤੀ ਹੈ, ਔਰ ਤੁਸੀਂ ਵੀ ਕਰੋ ਸਾਰੇ, ਤਾਂ ਜੋ ਆਪਣੇ ਜਿਹੜੇ ਪੰਜਾਬ ਦੀ ਉਚੇਰੀ ਸਿੱਖਿਆ ਹੈ ਉਹ ਸਾਹ ਲੈ ਸਕੇ ਔਰ ਇਹ ਜਿਹੜਾ ਹੈਗਾ ਮਾਹੌਲ ਠੀਕ ਹੋ ਸਕੇ ਇਸ ਤਰ੍ਹਾਂ ਦਾ। ਗੁਰਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਇਸ ਗੱਲਬਾਤ ਕਰਨ ਦੇ ਲਈ, ਤੇ ਆਸ ਕਰਦੇ ਹਾਂ ਕਿ ਹੁਣ ਜਦੋਂ ਇਲੈਕਸ਼ਨਸ ਪੰਜਾਬ ਦੇ ਵਿੱਚ ਹੋ ਰਹੀਆਂ ਨੇ, ਇਹ ਮੁੱਦਾ ਸਿਰਫ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ। ਇਹ ਮੁੱਦਾ ਬਹੁਤ ਮਹੱਤਵਪੂਰਨ ਮੁੱਦਾ ਹੈ। ਜਦੋਂ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ, ਅਸੀਂ ਵਿੱਦਿਆ ਦੀ ਗੱਲ ਕਰਦੇ ਹਾਂ, ਇੱਥੇ ਇਹਨਾਂ ਮੁਲਕਾਂ ਦੇ ਵਿੱਚ ਪੰਜਾਬ ਤੋਂ ਆਏ ਵਿਦਿਆਰਥੀ ਵੀ ਕੋਈ ਬਹੁਤੇ ਸੌਖੇ ਰਾਹਾਂ ਦੇ ਵਿੱਚੋਂ ਨਹੀਂ ਗੁਜ਼ਰ ਰਹੇ। ਹਾਂ, ਹੌਲੀ ਕਰਕੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਜ਼ਰੂਰ ਹੋ ਜਾਂਦੀ ਹੈ, ਪਰ ਜਿਹੜੇ ਲੋਕ ਪੰਜਾਬ ਦੇ ਵਿੱਚ ਬੈਠੇ ਨੇ, ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣਾ ਚਾਹੁੰਦੇ ਨੇ, ਤੇ ਨਾਲ ਉਹ ਲੋਕ ਜਿਹੜੇ ਉੱਚ ਵਿੱਦਿਆ ਹਾਸਲ ਕਰ ਚੁੱਕੇ ਆ, ਅਗਾਂਹ ਵਿੱਦਿਆ ਦਾ ਚਾਨਣ ਫੈਲਾਉਣਾ ਚਾਹੁੰਦੇ ਆ, ਪਰ ਉਹ ਬੇਰੁਜ਼ਗਾਰ ਬੈਠੇ ਆ। ਵੱਖ-ਵੱਖ ਪੋਲੀਟੀਕਲ ਪਾਰਟੀਜ਼ ਨੂੰ ਅਸੀਂ ਵੀ ਇਹ ਬੇਨਤੀ ਕਰਦੇ ਹਾਂ ਕਿ ਇਹ ਸੁਣਵਾਈ ਹੋਣੀ ਚਾਹੀਦੀ ਹੈ, ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲਿਆ ਜਾਣਾ ਚਾਹੀਦਾ ਹੈ। ਬਾਕੀ ਜਿੰਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਨੇ, ਜਿਵੇਂ ਗੁਰਪ੍ਰੀਤ ਧਾਲੀਵਾਲ ਹੁਣੀ ਕਹਿ ਕੇ ਗਏ ਆ ਕਿ ਅਸੀਂ ਜਿੱਥੇ ਹੋਰਨਾਂ ਮੁੱਦਿਆਂ ਦੀ ਗੱਲ ਕਰਦੇ ਹਾਂ, ਇਸ ਮੁੱਦੇ ਨੂੰ ਉਭਾਰ ਕੇ ਪੇਸ਼ ਕੀਤਾ ਜਾਵੇ ਕਿ ਵਿੱਦਿਆ ਦਾ ਮੁੱਦਾ ਬਹੁਤ ਮਹੱਤਵਪੂਰਨ ਹੈ। ਇਹਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ, ਇਹਨੂੰ ਪਹਿਲ ਦੇ ਆਧਾਰ ਦੇ ਉੱਤੇ ਇਹਨੂੰ ਏਜੰਡਾ ਦੇ ਵਿੱਚ ਉੱਤੇ ਰੱਖਿਆ ਜਾਵੇ। ਇੱਕ ਵਾਰੀ ਫਿਰ ਗੁਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਇਹ ਗੁਜ਼ਾਰਿਸ਼ ਕਰਦੀ ਹਾਂ ਕਿ ਇਸ ਮੈਸੇਜ ਨੂੰ, ਇਸ ਸੁਨੇਹੇ ਨੂੰ ਤੁਸੀਂ ਅਗਾਂਹ ਵੀ ਜ਼ਰੂਰ ਸ਼ੇਅਰ ਕਰਿਓ। ਧੰਨਵਾਦ।